ਸੋ ਮੈਂ ਹੁਣ ਬੇਨਤੀ ਕਰਦਾ ਆਮ ਆਦਮੀ ਪਾਰਟੀ ਪੰਜਾਬ ਸੂਬਾ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹ ਆਪਣੇ ਵਿਚਾਰ ਰੱਖਣ। ਬਹੁਤ ਬਹੁਤ ਮਿਹਰਬਾਨੀ ਸੀਐਮ ਸਾਹਿਬ ਔਰ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬ ਤੇ ਨੁਮਾਇੰਦੇ ਉਹਨਾਂ ਦੇ। ਸੁਣ ਰਿਹਾ ਸੀ ਜਾਖੜ ਸਾਹਿਬ ਨੂੰ ਵੀ ਸੁਣਿਆ, ਉਸ ਤੋਂ ਪਹਿਲਾਂ ਸੈਕਟਰੀ ਸਾਹਿਬ ਨੇ ਸਾਰੀ ਡਿਟੇਲ ਦਿੱਤੀ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਉਹਨਾਂ ਨੇ ਵੀ ਸਾਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਇਹ ਦੱਸਣ ਦੀ ਕਿ ਸਾਰਾ ਕੁਝ ਫਾਇਦੇ 'ਚ ਹੋ ਰਿਹਾ ਹੈ। ਸੋ ਇਨਡਾਇਰੈਕਟਲੀ ਉਹਨਾਂ ਨੇ ਇਸ ਆਰਡੀਨੈਂਸ ਦੀ ਜਿਹੜੇ ਐਗਰੀਕਲਚਰ ਦੇ ਉਹਨਾਂ ਦੀ ਸਪੋਰਟ ਹੀ ਕੀਤੀ ਹੈ ਔਰ ਕਰਨੀ ਵੀ ਬਣਦੀ ਹੈ, ਕਿਉਂਕਿ ਉਹ ਹਿੱਸੇਦਾਰ ਨੇ ਉੱਥੇ। ਤੁਹਾਨੂੰ ਪਤਾ ਹੀ ਹੈ ਪੋਲੀਟੀਕਲੀ ਫਿਰ ਬਹੁਤ ਉੱਥੋਂ ਐਵੇਂ ਅੱਖਾਂ ਦਿਖਾਉਣਗੇ ਉਹਦਾ ਕੋਈ ਫਾਇਦਾ ਨਹੀਂ। ਤੇ ਅੱਜ ਮੈਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਇੰਨੇ ਜਾਣੇ ਇਕੱਠੇ ਹੋ ਕੇ ਕਿਉਂ ਆਏ ਸੀ, ਕਿਉਂਕਿ ਕੋਈ ਇੱਧਰੋਂ ਫੜਾ ਰਿਹਾ, ਕੋਈ ਇੱਧਰੋਂ ਫੜਾ ਰਿਹਾ। ਤੇ ਪਹਿਲਾਂ ਹਿਸਟਰੀ ਦੱਸੀ ਅਕਾਲੀ ਦਲ ਦੀ, ਫਿਰ ਪੈਪਸੀ ਵੱਲ ਨੂੰ ਚਲੇ ਗਏ, ਫਿਰ ਤੇਲ ਵੱਲ ਨੂੰ ਚਲੇ ਗਏ, ਜਦ ਕਿ ਮੁੱਦਾ ਜਿਹੜਾ ਉਹ ਸਾਰੀ ਸੀਐਮ ਸਾਹਿਬ ਇੱਕ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ, ਸੈਕਟਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਮੰਡੀ ਫੀਸ ਹੈ ਮੰਡੀਕਰਨ ਬੋਰਡ ਦੀ, ਜਦੋਂ ਪ੍ਰਾਈਵੇਟ ਪਲੇਅਰ ਆ ਗਿਆ, ਜਦੋਂ ਮੇਰੇ ਖੇਤ ਚੋਂ ਹੀ ਸਿੱਧਾ ਚੱਕ ਕੇ ਪ੍ਰਾਈਵੇਟ ਪਲੇਅਰ ਲੈ ਗਿਆ, ਤਾਂ ਜਦੋਂ ਮੇਰੀ ਫਸਲ ਮੰਡੀ ਦੇ ਵਿੱਚ ਗਈ ਨਹੀਂ, ਤਾਂ ਫਿਰ ਮੰਡੀ ਫੀਸ ਜਿਹੜੀ ਕਿ ਉੱਥੇ ਤੁਲਦੀ ਹੈ, ਤਾਂ ਉਹ ਫਿਰ ਕਿੱਥੋਂ ਆਊਗੀ ਪੰਜਾਬ ਸਰਕਾਰ ਕੋਲੇ। ਮੈਂ ਐਗਜ਼ਾਮਪਲ ਦਿੰਦਾ, ਜਿਸ ਵੇਲੇ ਕੋਵਿਡ, ਇਸ ਵੇਲੇ ਕਣਕ ਦੀ ਜਿਹੜੀ ਫਸਲ ਆਈ, ਤਾਂ ਮੈਂ ਸੰਗਰੂਰ ਦੀ ਐਗਜ਼ਾਮਪਲ ਦੇ ਦਿੰਦਾ। ਅਸੀਂ ਸੰਗਰੂਰ ਦੇ ਵਿੱਚ ਲਗਭਗ 200 ਦੇ ਲਗਭਗ ਜਿਹੜੇ ਸ਼ੈਲਰ ਸੀ ਉਹਨਾਂ ਨੂੰ ਨੋਟੀਫਾਈ ਕਰਵਾ ਲਿਆ ਮੰਡੀ ਬੋਰਡ ਤੋਂ ਕਿ ਇਹ ਮੰਡੀਆਂ ਨੇ। ਡਾਇਰੈਕਟ ਖੇਤ ਚੋਂ ਸਿੱਧਾ ਸ਼ੈਲਰ 'ਚ ਚਲਾ ਗਿਆ ਮਾਲ ਜਿਹੜਾ ਸੀ, ਪਰ ਜਿੰਨਾ ਉੱਥੇ ਤੁਲਿਆ ਉਹਦਾ ਵੀ ਪੈਸਾ ਜਿਹੜਾ ਮੰਡੀਕਰਨ ਬੋਰਡ ਨੂੰ ਗਿਆ। ਸਾਡੇ ਪੰਜਾਬ ਦੇ ਵਿੱਚ 3900 ਕਰੋੜ ਕਿਹਾ, ਲਗਭਗ 4000 ਕਰੋੜ ਰੁਪਇਆ ਮੰਡੀ ਫੀਸ ਇੱਕ ਸਾਲ ਦੀ ਹੈ, ਜਿਹੜੀ ਕਿ ਜਿਹਨੂੰ ਆਪਾਂ ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚ ਲੱਗਦਾ। ਜਿਹੜੀਆਂ ਸੜਕਾਂ ਬਣਦੀਆਂ ਨੇ, ਬਹੁਤ ਸਾਰਾ ਹੋਰ ਜਿਹੜਾ ਕਿਸਾਨੀ ਨਾਲ ਸੰਬੰਧਿਤ ਕੋਈ ਜਿਹੜੇ ਸੰਦ ਨੇ ਉਹਨਾਂ ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ। ਪਹਿਲੀ ਗੱਲ ਤਾਂ ਮਾਰ ਉਹ ਤੇ ਸਿੱਧੀ ਪਊਗੀ ਜੀ, ਜਦੋਂ ਵੱਡੇ ਪਲੇਅਰ ਆ ਗਏ ਉਹ ਮਾਲ ਇੱਥੋਂ ਚੱਕ ਕੇ ਲੈ ਜਾਣਗੇ, ਸਿੱਧਾ ਉਹਨਾਂ ਦੇ ਸਾਈਲੋ 'ਚ ਜਾਊਗਾ ਜੀ। ਸਾਈਲੋ ਇੱਕ ਬਣ ਚੁੱਕਿਆ ਹੈ, ਸ਼ਾਇਦ ਇਹ ਜਾਂਦੇ ਹੋਣਗੇ ਜਦੋਂ ਸੁਖਬੀਰ ਜੀ ਮੋਗੇ ਤੋਂ ਫਿਰੋਜ਼ਪੁਰ ਨੂੰ ਜੋ ਜਾਂਦੇ ਨੇ, ਤਾਂ ਡਗਰੂ ਵਾਲਾ ਫਾਟਕ ਲੰਘ ਕੇ ਜਿਹੜਾ ਖੱਬੇ ਪਾਸੇ ਡਾਨੀਆਂ ਦਾ ਸਾਈਲੋ ਹੈ, ਇਸ ਤਰ੍ਹਾਂ ਦੇ 18 ਦੀ ਹੋਰ ਪਲੈਨਿੰਗ ਹੈ ਜੀ। ਠੀਕ ਹੈ ਜੀ, ਉਹ ਸਾਈਲੋ ਬਣਨਗੇ, ਸਿੱਧਾ ਹੀ ਇੱਕ ਦਿਨ 'ਚ 20-25 ਹਜ਼ਾਰ ਤੋਂ ਵੱਧ ਟਰਾਲੀ ਜਿਹੜੀ ਹੈ ਉਹ ਸਿੱਧੀ ਉੱਥੇ ਜਾਊਗੀ। ਉੱਥੋਂ ਟ੍ਰੇਨ ਭਰ ਕੇ ਉਹ ਆਪਣੇ ਹੋਰ ਕਿਤੇ ਗਡਾਊਨਾਂ 'ਚ ਲੈ ਕੇ ਜਾਣਗੇ। ਸੋ ਇਸ ਕਰਕੇ ਸਿੱਧਾ ਹੀ ਆੜਤੀਆ ਮਾਰਿਆ ਜਾਊਗਾ, ਪੱਲੇਦਾਰ ਮਾਰੇ ਜਾਣਗੇ, ਆੜਤੀਆਂ ਨਾਲ ਸੰਬੰਧਿਤ ਮੁਨੀਮ ਮਾਰੇ ਜਾਣਗੇ, ਤੇ ਛੋਟਾ ਮਜ਼ਦੂਰ ਮਾਰਿਆ ਜਾਊਗਾ, ਛੋਟਾ ਵਪਾਰੀ ਮਾਰਿਆ ਜਾਊਗਾ ਜੀ। ਨੰਬਰ 2 ਤੇ ਮੇਰਾ ਇਹ ਸਵਾਲ ਹੈ ਜੀ, ਪੁਆਇੰਟ ਹੈ ਮੇਰਾ, ਕਿ ਸਾਡੇ ਕਨਸਟੀਟਿਊਸ਼ਨ ਮੁਤਾਬਕ ਹੈਲਥ, ਐਜੂਕੇਸ਼ਨ ਤੇ ਐਗਰੀਕਲਚਰ ਇਹ ਤਿੰਨੋਂ ਸਟੇਟ ਦੇ ਮੈਟਰ ਨੇ ਜੀ। ਸੀਐਮ ਸਾਹਿਬ ਹੈਲਥ ਤੇ ਐਜੂਕੇਸ਼ਨ ਤਾਂ ਸਾਥੋਂ ਪਹਿਲਾਂ ਹੀ ਖੋ ਕੇ ਲੈ ਗਿਆ ਸੈਂਟਰ। ਅੱਜ ਜੇ ਅਸੀਂ ਕੋਈ ਪੀਜੀਆਈ ਬਣਾਉਣਾ ਹੋਵੇ ਤਾਂ ਸਾਨੂੰ ਸੈਂਟਰ ਵੱਲ ਦੇਖਣਾ ਪੈਂਦਾ ਜੀ। ਐਜੂਕੇਸ਼ਨ ਉਹ ਸਾਡੇ ਸਿਲੇਬਸ ਦੇ ਵਿੱਚ ਚੇਂਜਸ ਕਰੀ ਜਾਂਦੇ ਨੇ, ਅਸੀਂ ਸਿਰਫ ਵਿਰੋਧ ਕਰਨ ਜੋਗੇ ਰਹਿ ਜਾਂਦੇ ਹਾਂ। ਰਹਿ ਗਿਆ ਸੀ ਇਕੱਲਾ ਐਗਰੀਕਲਚਰ, ਤੇ ਆ ਜਿਹੜੇ ਆਰਡੀਨੈਂਸ ਲੈ ਕੇ ਆਏ ਨੇ ਉਹਦੇ ਰਾਹੀਂ ਐਗਰੀਕਲਚਰ ਵੀ ਸਾਡੇ ਤੋਂ ਖੋ ਰਹੇ ਨੇ। ਜੀਐਸਟੀ ਰਾਹੀਂ ਪਹਿਲਾਂ ਹੀ ਅਸੀਂ ਮਿੰਨਤਾਂ ਕਰਦੇ ਹਾਂ। ਹੋਣਾ ਤਾਂ ਇਹ ਚਾਹੀਦਾ ਸੀ ਕਿ ਅਸੀਂ ਟੈਕਸ ਇਕੱਠਾ ਕਰਦੇ, ਜਿੰਨਾ ਸੈਂਟਰ ਦਾ ਹਿੱਸਾ ਬਣਦਾ ਸੀ ਉਹਨਾਂ ਨੂੰ ਦੇ ਦਿੰਦੇ। ਅਸੀਂ ਉਲਟਾ ਕਰ ਰਹੇ ਹਾਂ, ਟੈਕਸ ਵੀ ਅਸੀਂ ਇਕੱਠਾ ਕਰਕੇ ਦੇ ਰਹੇ ਹਾਂ ਤੇ ਬਾਅਦ ਦੇ ਵਿੱਚ ਆਪਣਾ ਟੈਕਸ ਲੈਣ ਵਾਸਤੇ ਮਿੰਨਤਾਂ ਵੀ ਅਸੀਂ ਕਰ ਰਹੇ ਹਾਂ। ਸੋ ਐਗਰੀਕਲਚਰ ਵੀ ਸਾਡੇ ਤੋਂ ਖੋਹ ਲਿਆ ਜਾ ਰਿਹਾ ਹੈ। ਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਮੁੱਦੇ ਤੇ ਅੱਜ ਆਲ ਪਾਰਟੀ ਮੀਟਿੰਗ ਬੁਲਾਈ ਹੈ, ਤੇ ਤੁਸੀਂ ਜਿਹੜੀ ਇਨਵੀਟੇਸ਼ਨ ਲੈਟਰ ਹੈ ਉਹਦੇ ਵਿੱਚ ਵੀ ਇਹ ਲਿਖਿਆ ਕਿ ਇਹਨਾਂ ਦਾ ਪੰਜਾਬ ਦੇ ਕਿਸਾਨਾਂ ਤੇ ਕੀ ਅਸਰ ਪਊ, ਮਾਰੂ ਪ੍ਰਭਾਵ ਪਊਗਾ, ਉਹਦੇ ਉਸ ਟੌਪਿਕ ਤੇ ਹੈ। ਮੈਂ ਕੋਈ ਹੋਰ ਗੱਲ ਨਹੀਂ ਕਰਦਾ। ਦੇਖੋ ਐਮਐਸਪੀ ਇਹ ਨਹੀਂ ਕਹਿੰਦਾ, ਜਿਸ ਤਰ੍ਹਾਂ ਸੁਖਬੀਰ ਜੀ ਕਹਿੰਦੇ ਸੀ ਕਿੱਥੇ ਲਿਖਿਆ ਹੋਇਆ ਕਿ ਐਮਐਸਪੀ ਖਤਮ ਹੋ ਜੂਗੀ। ਸਰ ਅਸੀਂ ਕਦੋਂ ਕਹਿੰਦੇ ਕਿ ਐਮਐਸਪੀ ਖਤਮ ਕਰਨ ਵਾਸਤੇ ਲਿਖਿਆ ਹੋਇਆ? ਸੁਖਬੀਰ ਜੀ ਜਿਹੜੀ ਸੁਨੀਲ ਜਾਖੜ ਜੀ ਨੇ ਵੀਡੀਓ ਦਿਖਾਈ ਸੀ, ਐਮਐਸਪੀ ਤਾਂ ਮੱਕੀ ਤੇ ਵੀ ਹੈ,
ਜਦੋਂ ਮੱਕੀ ਦਾ ਰੇਟ 1750 ਰੁਪਏ ਹੈ, MSP ਬਤਾਓ, ਸਰਕਾਰ ਖਰੀਦਦੀ ਨਹੀਂ, ਤਾਂ ਜਿਹੜਾ ਪ੍ਰਾਈਵੇਟ ਪਲੇਅਰ ਹੈ ਕੋਈ 1000 ਕੋਈ 700 ਕੋਈ ਲੱਗਦੀ ਲਾਉਂਦਾ ਹੈ। ਸੋ ਬਿਲਕੁਲ ਦੋ ਹੀ ਸਟੇਟਾਂ ਨੇ ਕੰਟਰੀ ਦੇ ਵਿੱਚ ਜਿਨ੍ਹਾਂ ਕੋਲੇ MSP ਹੈ, ਕਿਉਂਕਿ ਉਹਨਾਂ ਨੇ ਪ੍ਰੋਕਿਉਰਮੈਂਟ ਦਾ ਬਹੁਤ ਵਧੀਆ ਪ੍ਰਬੰਧ ਕੀਤਾ, ਪੰਜਾਬ ਤੇ ਹਰਿਆਣਾ। ਈਵਨ ਮੱਧ ਪ੍ਰਦੇਸ਼ ਤੋਂ UP ਤੋਂ ਵੀ ਜਿਹੜਾ ਝੋਨਾ ਵੇਚਣ ਹਰਿਆਣਾ ਜਾਂ ਪੰਜਾਬ ਚ ਆਉਂਦੇ ਆ, ਉਹ ਅੱਜ ਵੀ ਪੰਜਾਬ ਤੇ ਹਰਿਆਣਾ ਤੋਂ ਬਿਨਾ ਸਾਰੇ ਕੰਟਰੀ 'ਚ ਜਿਹੜਾ ਕਣਕ ਹੈ ਉਹ MSP ਦੇ ਰੇਟ ਤੋਂ 400 ਰੁਪਏ ਥੱਲੇ ਵਿਕ ਰਹੀ ਹੈ। ਜਿੱਥੋਂ ਤੱਕ ਆਰਡੀਨੈਂਸ ਦਾ ਸਵਾਲ ਹੈ, ਸਰ ਤੁਸੀਂ ਤਾਂ ਭਾਈਵਾਲ ਹੋ, BJP ਵਾਲੇ ਵੀ ਸੁਣ ਰਹੇ ਹੈ, ਸਰ ਐਡੀ ਕਿਹੜੀ ਐਮਰਜੈਂਸੀ ਲੱਗੀ ਹੋਈ ਸੀ ਕਿ ਆਰਡੀਨੈਂਸ ਲੈ ਕੇ ਆ ਰਹੇ ਪਏ ਨੇ? ਆਰਡੀਨੈਂਸ ਤਾਂ ਐਮਰਜੈਂਸੀ ਚਾਹੁੰਦੇ ਨੇ। ਐਡੀ ਕਿਹੜੀ ਐਗਰੇਰੀਅਨ ਐਮਰਜੈਂਸੀ ਆ ਗਈ ਸੀ ਕਿ ਇੱਕਦਮ ਤੁਹਾਨੂੰ ਇਹ ਜਿਹੜੇ ਆਰਡੀਨੈਂਸ ਲੈ ਕੇ ਆਉਣੇ ਪੈ ਗਏ? ਕਿਰਪਾ ਕਰਕੇ ਤੁਸੀਂ ਬੇਨਤੀ ਕਰਕੇ ਹੀ ਪਾਰਲੀਮੈਂਟ ਬੁਲਾ ਲਓ। ਨੇਪਾਲ ਦੀ ਪਾਰਲੀਮੈਂਟ ਚੱਲ ਰਹੀ ਹੈ ਤੇ ਸਾਡੀ ਪਾਰਲੀਮੈਂਟ ਨਹੀਂ ਚੱਲ ਰਹੀ। ਇਹ ਕੋਵਿਡ ਦੇ ਮੋਢੇ ਤੇ ਰੱਖ ਕੇ, ਕਰੋਨਾ ਦੇ ਮੋਢੇ ਤੇ ਰੱਖ ਕੇ ਵੱਡੇ ਉਦਯੋਗਪਤੀਆਂ ਨੂੰ ਜਿਹੜਾ ਇਹ ਫਾਇਦਾ ਪਹੁੰਚਾਇਆ ਜਾ ਰਿਹਾ, ਆਮ ਆਦਮੀ ਪਾਰਟੀ ਦਾ ਸਖਤ ਵਿਰੋਧ ਕਰਦੀ ਹੈ। ਤੇ ਜਿਹੜੇ ਹੋ ਸਕਦਾ ਜਿਸ ਤਰ੍ਹਾਂ ਸੁਖਵੀਰ ਜੀ ਨੇ ਕਿਹਾ ਕਿ ਜਦੋਂ ਪ੍ਰਾਈਵੇਟ ਪਲੇਅਰ ਆਉਣਗੇ ਤਾਂ ਕਿਸਾਨ ਨੂੰ ਫਾਇਦਾ ਹੋ ਜਾਊਗਾ ਕਿ ਮੈਂ ਤਾਂ ਇਹਨੂੰ ਵੇਚੂੰਗਾ। ਸਰ ਹੋ ਸਕਦਾ 1-2 ਸਾਲ ਕਿਸਾਨਾਂ ਨੂੰ MSP ਤੋਂ ਵੀ ਵੱਧ 100 ਰੁਪਏ ਕੁਇੰਟਲ ਸ਼ਾਇਦ ਵੱਧ ਭਾਅ ਮਿਲ ਜੇ। ਉਹਦਾ ਕਾਰਨ ਕੀ ਹੈ? ਸਾਡੇ ਇੱਥੇ 8.5 ਰੁਪਏ 8.5% ਜਿਹੜਾ ਉਹ ਟੈਕਸ ਪੈ ਰਿਹਾ ਇਸ ਵਕਤ। ਮੰਡੀ ਬੋਰਡ ਦੀ ਫੀਸ ਹੈ, ਆੜਤ ਦੀ ਫੀਸ ਹੈ, ਉਹ ਲਾ ਪਾ ਕੇ, ਜਦ ਕਿ ਪ੍ਰਾਈਵੇਟ ਪਲੇਅਰ ਨੂੰ ਇਹ 1% ਤੇ ਦੇ ਰਹੇ ਨੇ, ਉਹਨਾਂ ਨੂੰ 7.5% ਬਚ ਰਿਹਾ ਹੈ। 7.5% ਜੇ ਬਚ ਗਿਆ, ਜੇ ਉਹ ਪੂਰੇ ਦਾ ਪੂਰਾ 7.5% ਵੀ ਦੇ ਦੇਣਗੇ ਕਿਸਾਨਾਂ ਨੂੰ ਤਾਂ 100 ਤੋਂ 150 ਰੁਪਏ ਕੁਇੰਟਲ ਬਣ ਜੂ ਜੀ। ਤਾਂ ਕਿਸਾਨ ਖੁਸ਼ ਹੋ ਜਾਊਗਾ ਕਿ ਆਹ ਤਾਂ ਕਮਾਲ ਹੋ ਗਈ ਜੀ, ਸਾਡਾ ਤਾਂ ਪਹਿਲਾਂ ਨਾਲੋਂ ਵੱਧ ਵਿਕਣ ਲੱਗ ਗਿਆ। ਸੁਖਬੀਰ ਬਾਦਲ ਜੀ ਆਪਣੇ ਭਾਸ਼ਣਾਂ 'ਚ ਕਹਿਣ ਲੱਗ ਜਾਣਗੇ ਕਿ ਦੇਖੋ ਕਿਸਾਨਾਂ ਦੇ ਹਿਤੈਸ਼ ਦੇ ਹੱਕ ਦੇ ਵਿੱਚ ਫੈਸਲਾ ਕਰਾਇਆ ਹੈ। ਪਰ ਜਿਸ ਵੇਲੇ 2 ਸਾਲਾਂ ਬਾਅਦ ਸਾਰਾ ਮੰਡੀ ਸਿਸਟਮ ਹੀ ਫਲॉप ਹੋ ਗਿਆ, ਉਹਨਾਂ ਦੇ ਕੰਪੀਟੀਟਰ ਹੀ ਫਲॉप ਹੋ ਗਏ, ਫਿਰ ਸਰ ਉਹ ਆਪਣੇ ਗਜਾਂ ਨਾਲ ਮਿਲਣਗੇ, ਫਿਰ ਆਪਣੀਆਂ ਮਨਮਰਜ਼ੀਆਂ ਕਰਨਗੇ। ਬਿਲਕੁਲ ਉਵੇਂ ਜਿਵੇਂ ਜੀਓ ਬਿਲਕੁਲ ਫ੍ਰੀ, ਨੈਟ ਵੀ ਫ੍ਰੀ, ਉਹ 'ਚ ਇੰਨੇ GB ਫ੍ਰੀ ਲੋਕਾਂ ਨੇ ਲੈ ਲਏ। ਜਦੋਂ ਉਹਨਾਂ ਦੇ ਗਾਹਕ ਬਣ ਗਏ ਉਹ ਕਹਿੰਦੇ ਹੁਣ ਆ ਜਾਓ, ਲਿਓ ਜੀ ਇੰਨੇ ਪੈਸੇ ਲੱਗਣਗੇ, ਇੰਨੇ ਲੱਗਣਗੇ। ਬਿਲਕੁਲ ਸੇਮ ਕਿਸਾਨ ਨਾਲ ਹੋਊਗਾ ਜਿਵੇਂ ਇਸ ਤੋਂ ਪਹਿਲਾਂ ਹੋਰ ਵੱਡੀਆਂ ਕੰਪਨੀਆਂ, ਵੱਡੇ ਪਲੇਅਰ ਐਸੇ ਤਰ੍ਹਾਂ ਹੀ ਕਰਦੇ ਹੁੰਦੇ ਨੇ। ਤੇ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਵਾਅਦਾ ਕੀਤਾ ਸੀਗਾ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਨ ਦਾ। ਵਾਅਦਾ ਤਾਂ ਇਹ ਕੀਤਾ ਸੀ ਕਿ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਾਂਗੇ, ਇਹ BJP ਦੇ ਮੈਨੀਫੈਸਟੋ 'ਚ ਹੈ, ਪਾਰਲੀਮੈਂਟ ਦੇ ਵਿੱਚ ਵੀ ਮੈਂ ਉਠਾਇਆ ਸੀ। ਤੇ ਵਾਅਦਾ ਕੀਤਾ ਸੀ ਮੈਨੀਫੈਸਟੋ ਦੇ ਵਿੱਚ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਨ ਦਾ, ਪਰ ਰਿਪੋਰਟਾਂ ਲਾਗੂ ਕਰਤੀਆਂ ਸ਼ਾਂਤਾ ਕੁਮਾਰ ਕਮੇਟੀ ਦੀਆਂ। ਸੋ ਸਵਾਮੀਨਾਥਨ ਤੋਂ ਸ਼ਾਂਤਾ ਕੁਮਾਰ ਤੱਕ ਜਿਹੜਾ ਸਫ਼ਰ ਹੈ ਨਾ, ਇਹ ਬਹੁਤ ਮਾਰੂ ਹੈ ਪੰਜਾਬ ਦੇ ਕਿਸਾਨ ਲਈ, ਜਿਹੜਾ ਕਿ ਪਹਿਲੀ ਮਰਿਆ ਪਿਆ ਆਲਰੇਡੀ। ਪੰਜਾਬ ਦਾ ਕਿਸਾਨ CM ਸਾਹਿਬ, ਜਦੋਂ ਮੈਂ ਪਾਰਲੀਮੈਂਟ 'ਚ ਕਿਤੇ ਪੰਜਾਬ ਦੇ ਕਿਸਾਨਾਂ ਦੀ ਖੁਦਕੁਸ਼ੀ ਦਾ ਮੁੱਦਾ ਉਠਾਉਣਾ ਤਾਂ ਤਮਿਲਨਾਡੂ ਦੇ, ਮਹਾਰਾਸ਼ਟਰ ਦੇ, ਉੜੀਸਾ ਦੇ ਕਿਸਾਨ ਜਿਹੜੇ MP ਨੇ, ਉਹ ਇਸ ਗੱਲ ਤੇ ਯकीन नहीं करते कि क्या पंजाब का किसान भी आत्महत्या करता है। हमें तो ये लगता है कि पंजाब का किसान बहुत खुशहाल है, वो तो नाचता गाता रहता है। मैं कहा नहीं सर, जो अंदरले हालात ने वो माड़े ने, ते हुण होर भी माड़े करन लगे ने। नंबर ये हुण जी क्लस्टर बन गए सर, आ जिहड़ी कॉन्ट्रैक्ट फार्मिंग है, क्लस्टर बन गए 40,000 तो 50,000 एकड़ के क्लस्टर बन जाएंगे। फर्ज कर लो मेरे भी 35 किले मेरे भी आगे बिच, ਤਾਂ ਮੈਨੂੰ ਕਿਹਾ ਜਾਊਗਾ ਆ ਲਓ ਜੀ ਐਗਰੀਮੈਂਟ ਕਰੋ ਸਾਡੇ ਨਾਲ, ਇਹ ਤੇ ਸਾਈਨ ਕਰੋ ਲੀਜ਼ ਤੇ, ਗਵਰਨਮੈਂਟ ਨੇ ਆ ਠੇਕਾ ਤੁਹਾਡਾ ਨਿਰਧਾਰਿਤ ਕੀਤਾ ਹੈ, ਹਰ ਸਾਲ ਇੰਨੇ % ਵੱਧ ਜਾ ਕਰੂਗਾ, ਤੇ ਜੇ ਤੁਸੀਂ ਇੱਥੇ ਦਿਹਾੜੀ ਕਰਨੀ ਚਾਹੁੰਦੇ ਹੋ ਤਾਂ ਆ ਜਾ ਕਰੋ, ਵਰਨਾ ਸਾਨੂੰ ਤੰਗ ਨਾ ਕਰਿਓ। ਆ ਹੋਣ ਵਾਲਾ ਉਹ ਜਿਹੜਾ ਪੁਰਾਣਾ ਕਲਚਰ, ਮੁਜ਼ਾਹਰਾ ਕਲਚਰ, ਉਹ ਦੁਬਾਰੇ ਆਊਗਾ ਜੀ। ਤੇ ਇਹਨਾਂ ਨੇ ਕਿਹਾ, ਸੁਖਵੀਰ ਜੀ ਨੇ ਕਿ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ, ਇਮੀਡੀਏਟਲੀ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਬੁਲਾਇਆ ਗਿਆ। ਨਰਿੰਦਰ ਤੋਮਰ ਜੀ ਕਹਿੰਦੇ MSP ਨਹੀਂ ਜਾਊਗੀ ਕਿਤੇ, MSP ਰਹੂਗੀ। ਤੇ ਉਸ ਤੋਂ 3-4 ਦਿਨ ਬਾਅਦ ਇਹਨਾਂ ਦੇ ਮੰਤਰੀ ਸਾਹਿਬ ਨਿਤਿਨ ਗਡਕਰੀ ਜੀ ਕਹਿੰਦੇ ਦੇਸ਼ ਦੀ ਇਕਨੋਮੀ ਤੇ ਸਭ ਤੋਂ ਵੱਡਾ ਬੋਝ, ਸਭ ਤੋਂ ਘਾਤਕ ਦੇਸ਼ ਦੀ ਇਕਨੋਮੀ ਵਾਸਤੇ ਉਹ MSP ਹੈ। ਫਿਰ ਸਰ ਹੁਣ ਇਹ ਦੱਸੋ ਕਿ ਜਾਂ ਤਾਂ ਨਿਤਿਨ ਗਡਕਰੀ ਜੀ ਕਿਸੇ ਹੋਰ ਪਾਰਟੀ ਦੇ ਨੇ ਜਾਂ ਫਿਰ ਤੋਮਰ ਸਾਹਿਬ ਕਿਸੇ ਹੋਰ ਪਾਰਟੀ ਦੇ ਨੇ।
ਸੋ ਇਸ ਕਰਕੇ ਮੈਨੂੰ ਅੱਜ ਸੁਖਬੀਰ ਜੀ ਦੀਆਂ ਗੱਲਾਂ ਤੋਂ ਲੱਗਿਆ ਕਿ ਉਹ ਆਪਣਾ ਟਾਈਮ ਪੂਰਾ ਕਰਨਾ ਚਾਹੁੰਦੇ ਸੀ, ਤਾਂ ਹੀ ਉਹ ਕਹਿੰਦੇ ਸੀ ਕਿ ਮੈਨੂੰ ਆਖਰ 'ਚ ਟਾਈਮ ਦਿਓ ਤਾਂ ਕਿ ਮੈਂ ਜੇ ਕਿਸੇ ਨੇ ਕੁਝ ਹੋਰ ਬੋਲਿਆ ਮੈਂ ਕਿਤੇ ਹੋਰ ਨਾ ਪਹਿਲਾਂ ਨਾ ਕੁਝ ਕਹਿ ਜਾਂ। ਸੋ ਕਿਰਪਾ ਕਰਕੇ ਸੁਖਬੀਰ ਜੀ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਰਾਜਾਂ ਦੇ ਅਧਿਕਾਰ ਖੋਹਣ ਦੇ ਹੱਕ 'ਚ ਕਿਉਂ ਹੋਈ ਖੜੀ ਹੈ, ਇਹ ਗੱਲ ਤੁਹਾਨੂੰ ਸਪਸ਼ਟ ਕਰਨੀ ਪਊਗੀ। ਹਜੇ ਤੱਕ ਤੁਸੀਂ ਸਪਸ਼ਟ ਨਹੀਂ ਕੀਤੀ। ਤੁਸੀਂ ਹਰ ਗੱਲ 'ਚ ਕਿਹਾ ਇਹ 'ਚ ਕਿਸਾਨਾਂ ਦਾ ਫਾਇਦਾ ਹੈ, ਇਹ 'ਚ ਕਿਸਾਨਾਂ ਦਾ ਫਾਇਦਾ ਹੈ। ਜੇ ਕਿਸਾਨਾਂ ਦਾ ਫਾਇਦਾ ਹੁੰਦਾ ਹੈ ਤਾਂ ਹੋਵੇ ਤਾਂ ਇੰਨੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸੜਕਾਂ ਤੇ ਕਿਉਂ ਬੈਠੀਆਂ ਨੇ? ਉਹਨਾਂ ਨੂੰ ਪਤਾ ਨਹੀਂ, ਜਿਹੜੇ ਕਿਸਾਨਾਂ ਦੇ ਲੀਡਰ ਨੇ ਉਹਨਾਂ ਨੂੰ ਪਤਾ ਨਹੀਂ ਕਿ ਇਹਦਾ ਫਾਇਦਾ ਹੋਣ ਵਾਲਾ ਹੈ? ਨਹੀਂ, ਉਹਨਾਂ ਨੂੰ ਇਹ ਪਤਾ ਹੈ ਕਿ ਇਹ ਕੰਨ ਮਰੋੜ ਕੇ ਦੂਜੀ ਬਾਹ ਨਾਲ ਇਹ ਜਿਹੜਾ ਬਾਹ ਮਰੋੜ ਕੇ ਇਹ ਜਿਹੜੀ ਡਾਕਾ ਮਾਰਿਆ ਜਾ ਰਿਹਾ ਹੈ। ਤੇ ਇਸ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਕਿ ਸਰ, ਜਿਸ ਤਰ੍ਹਾਂ ਤੁਸੀਂ ਪਾਣੀ ਦੇ ਮੁੱਦੇ ਤੇ ਸਪੈਸ਼ਲ ਸੈਸ਼ਨ ਬੁਲਾ ਕੇ ਪ੍ਰਸਤਾਵ ਪਾਸ ਕੀਤਾ ਸੀ, ਤੁਸੀਂ NRC ਦੇ ਮੁੱਦੇ ਤੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਬੁਲਾ ਕੇ ਪ੍ਰਸਤਾਵ ਪਾਸ ਕੀਤਾ ਸੀ ਉਹਦੇ ਵਿਰੁੱਧ। ਬਿਲਕੁਲ ਇਸੇ ਤਰ੍ਹਾਂ ਮੈਂ ਮੰਗ ਕਰੂੰਗਾ ਆਮ ਆਦਮੀ ਪਾਰਟੀ ਵੱਲੋਂ ਕਿ ਇਸ ਆਰਡੀਨੈਂਸ ਦੇ ਵਿਰੁੱਧ ਸਪੈਸ਼ਲ ਸੈਸ਼ਨ ਬੁਲਾ ਕੇ ਪ੍ਰਸਤਾਵ ਪਾਸ ਕਰੋ ਕਿ ਕਿਉਂਕਿ ਪੰਜਾਬ ਤੋਂ ਸਰ ਕੰਮ ਲੈ ਕੇ ਨਿੰਬੂ ਵਾਂਗੂ ਨਿਚੋੜ ਕੇ ਹੁਣ ਪੰਜਾਬ ਨੂੰ ਸੁੱਟਣ ਲੱਗੇ ਨੇ ਆਲਰੇਡੀ। ਦੇਖੋ, ਜਿਸ ਵੇਲੇ ਹਰੀ ਕ੍ਰਾਂਤੀ ਆਈ, ਹਰੀ ਕ੍ਰਾਂਤੀ ਨੇ ਜਦੋਂ ਸਾਡਾ ਮੁਲਕ ਬਾਹਰਲੇ ਮੁਲਕਾਂ ਤੋਂ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਸਰ, ਉਸ ਵੇਲੇ ਹਰੀ ਕ੍ਰਾਂਤੀ ਰਾਹੀਂ ਪੰਜਾਬ ਦੇ ਕਿਸਾਨ ਨੇ ਮਿੱਟੀ ਨਾਲ ਮਿੱਟੀ ਹੋ ਕੇ ਪੂਰੇ ਦੇਸ਼ ਦੇ ਭੰਡਾਰ ਭਰਤੇ ਜੀ ਅਨਾਜ ਦੇ। ਠੀਕ ਹੈ ਜੀ। ਅੱਜ ਸਾਨੂੰ ਕਹਿੰਦੇ ਸਾਨੂੰ ਕੋਈ ਤੁਹਾਡੀ ਕਣਕ ਦੀ ਲੋੜ ਨਹੀਂ, ਸਾਨੂੰ ਕੋਈ ਤੁਹਾਡੇ ਝੋਨੇ ਦੀ ਲੋੜ ਨਹੀਂ। ਮਤਲਬ ਪੰਜਾਬੀ 'ਚ ਕਹਿੰਦੇ ਆ ਕਿ ਕੰਮ ਲੈ ਕੇ ਵਾਹੀ ਦਾ ਤੇ ਮੌਲੇ ਬਲਦ ਵਾਂਗੂ ਪੰਜਾਬ ਨੂੰ ਹੁਣ ਲਾਵਾਰਸ ਛੱਡਣ ਲੱਗੇ ਨੇ। ਇਸ ਤਰ੍ਹਾਂ ਨਹੀਂ ਹੋਣ ਦਿੱਤਾ ਜਾਊਗਾ ਔਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ, ਜਿਹੜੇ ਪੰਜਾਬ ਨੂੰ ਅਸਲੀ ਪਿਆਰ ਕਰਦੇ ਆ। ਸੋ ਮੈਂ ਤਾਂ ਇਹ ਕਹਿਣਾ ਕਿ ਹੁਣ ਆਉਗੀ ਰਿਲਾਇੰਸ ਐਗਰੋ, ਅੰਡਾਨੀ ਐਗਰੋਜ਼ ਆਉਣਗੇ, ਵੱਡੇ ਆਉਣਗੇ ਤੇ ਉਹ ਸਾਰਾ ਕੁਝ ਲੁੱਟ ਕੇ ਜਿਹੜਾ ਉਹ ਪੰਜਾਬ ਚੋਂ ਲੈ ਜਾਣਗੇ। ਹੁਣ ਮੈਂ ਜਿਹੜਾ ਸਭ ਤੋਂ ਜਿਹੜੀ ਇਹਦਾ ਨਾਂ ਰੱਖਿਆ ਸ਼ਕਤੀਕਰਨ ਤੇ ਸੁਰੱਖਿਆ। ਕਿਹਨੂੰ ਸ਼ਕਤੀ ਮਿਲੂਗੀ ਇਹਦੇ ਨਾਲ ਤੇ ਕਿਹਦੀ ਸੁਰੱਖਿਆ ਹੋਊਗੀ? ਸਰ, ਵੱਡੇ ਉਦਯੋਗਪਤੀਆਂ ਦਾ ਸ਼ਕਤੀਕਰਨ ਤੇ ਉਹਨਾਂ ਦੀ ਸੁਰੱਖਿਆ। ਤੇ ਮੈਂ ਤਾਂ ਜਿਸ ਤਰ੍ਹਾਂ ਇਹ ਕਹਿੰਦੇ ਸੀ ਈ ਟ੍ਰੇਡਿੰਗ, ਸੁਖਬੀਰ ਜੀ ਕਿੰਨੇ ਕੁ % ਨੇ ਕਿਸਾਨ ਜਿਹੜੇ ਈ ਟ੍ਰੇਡਿੰਗ ਕਰਨਾ ਜਾਣਦੇ ਨੇ? ਉਹ ਤਾਂ ਵਿਚਾਰੇ ਮੰਡੀ 'ਚ ਵੀ ਜ਼ਮੀਨ ਆਪਣਾ ਫਸਲ ਵੇਚਣਾ ਨਹੀਂ ਜਾਣਦੇ ਵੀ ਕੀ ਹੋਇਆ, ਕਿੰਨੇ ਦੀ ਲੱਗ ਗਈ, ਕਿੰਨੇ ਕੁਇੰਟਲ ਹੈ। ਠੀਕ ਹੈ। ਸੋ ਕਿਰਪਾ ਕਰਕੇ ਇਹ ਈ ਟ੍ਰੇਡਿੰਗ ਉਹ ਛੱਡ ਕੇ ਤੁਸੀਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ। ਮੈਂ ਮੰਨਦਾ ਮੋਰਚੇ ਲਾਉਣ ਵਾਲੀ ਪਾਰਟੀ ਹੈ, ਸ਼ਹੀਦਾਂ ਦੀ ਤੁਸੀਂ ਪਾਰਟੀ ਇਹਨੂੰ ਕਿਹਾ ਔਰ ਮੋਰਚੇ ਲਾਉਂਦੀ ਵੀ ਰਹੀ ਆ ਅਕਾਲੀ ਦਲ। ਐਸੀ ਜਮਾਤ ਹੈ ਜਿਹੜੀ ਖੜਦੀ ਸੀ, ਪਤਾ ਨਹੀਂ ਕਿਉਂ ਕੀ ਹੋ ਗਿਆ ਹੁਣ ਕਿ ਤੁਸੀਂ ਅਚਾਨਕ ਜਿਹੜਾ ਉਹ ਸੈਂਟਰ ਸਰਕਾਰ ਦੇ ਹਰ ਫੈਸਲੇ ਤੇ ਤੁਸੀਂ ਮੋਹਰ ਲਾਉਣ ਲੱਗ ਗਏ। ਔਰ ਸਭ ਤੋਂ ਜਿਹੜੀ ਮਾੜੀ ਗੱਲ ਹੈ ਉਹ ਤੁਸੀਂ ਇੱਕ ਤਾਂ ਇਹ ਹੈ ਤੁਸੀਂ ਆਪ ਵੀ ਨਹੀਂ ਪੜ੍ਹਦੇ ਸ਼ਾਇਦ। ਤੁਸੀਂ ਇਹਨੂੰ ਕਿਹਾ ਵੀ ਆਲ ਪਾਰਟੀ ਮੀਟਿੰਗ ਇਹ ਕਿਵੇਂ ਹੈ ਜੀ? ਹੋਰ ਵੀ MLA ਸੀ ਤੇ ਸਰ ਚਾਈਨਾ ਦੇ ਮੁੱਦੇ ਤੇ ਆ ਜਿਹੜੀ 4-5 ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਬੁਲਾਈ ਹੈ ਉਹਦੇ 'ਚ ਅਸੀਂ ਕਿਉਂ ਨਹੀਂ ਸੀ? ਫਿਰ ਤੁਸੀਂ ਕਿਉਂ ਸੀ? ਤੁਹਾਡੇ ਕਿੰਨੇ MP ਨੇ, ਸਾਡੇ ਕਿੰਨੇ MP? ਤੁਹਾਡੇ 2 ਨੇ, ਸਾਡੇ ਮੈਂ 1 ਹਾਂ ਲੋਕ ਸਭਾ 'ਚ। ਤੁਹਾਡੇ ਵੀ ਉਧਰ ਵੀ ਉਨੇ ਹੀ ਨੇ, ਇੱਧਰ ਵੀ ਇੰਨੇ ਨੇ। ਸੇ ਆਲ ਪਾਰਟੀ ਮੀਟਿੰਗ ਦੇ ਵਿੱਚ ਉੱਥੇ ਕਿਉਂ ਨਹੀਂ ਬੁਲਾਇਆ ਜਾਂਦਾ? ਫਿਰ ਉਹਨੂੰ ਵੀ ਆਲ ਪ੍ਰੋਮੀਨੈਂਟ ਲੀਡਰਸ ਪਾਰਟੀ ਦਾ ਨਾਮ ਦਿੱਤਾ ਜਾਂਦਾ। ਸੋ ਇਸ ਕਰਕੇ ਦਿੱਲੀ ਕੁਝ ਹੋਰ ਬੋਲਣਾ, ਆ ਕੇ ਪੰਜਾਬ ਕੁਝ ਹੋਰ ਬੋਲਣਾ, ਇਹ ਹੁਣ ਨਹੀਂ ਚੱਲੂਗਾ ਸਰ। NRC ਦੇ ਤੁਸੀਂ ਉੱਥੇ ਹੱਕ 'ਚ ਵੋਟਾਂ ਪਾ ਕੇ ਆਏ। NRC ਦੇ ਉੱਥੇ ਹੱਕ 'ਚ ਵੋਟਾਂ ਪਾਈਆਂ 2 ਦੀਆਂ 2, ਕਿਉਂਕਿ ਸਕਰੀਨ ਤੇ ਆ ਜਾਂਦੀਆਂ ਸਰ ਉੱਥੇ ਕਿ ਕਿੰਨੇ ਨੰਬਰ ਜਿਹੜੀ ਸੀਟ ਨੇ ਗ੍ਰੀਨ ਬਟਨ ਦੱਬਿਆ ਤੇ NRC ਦੇ ਹੱਕ 'ਚ ਵੋਟਾਂ ਪਾ ਕੇ 3 ਦਿਨਾਂ ਬਾਅਦ ਇੱਥੇ ਆ ਕੇ ਤੁਸੀਂ NRC ਦੇ ਵਿਰੁੱਧ ਬੋਲਣ ਲੱਗੇ। ਸਰ, ਅੱਜ ਕੱਲ੍ਹ ਇਨਫੋਰਮੇਸ਼ਨ ਦਾ ਜ਼ਮਾਨਾ ਹੈ, ਪਹਿਲਾਂ ਵਾਲਾ ਜ਼ਮਾਨਾ ਨਹੀਂ ਹੈਗਾ ਕਿ ਬਾਦਲ ਸਾਹਿਬ ਬਰਨਾਲੇ ਕੁਝ ਹੋਰ ਕਹਿ ਗਏ ਤੇ ਸੰਗਰੂਰ ਕੁਝ ਹੋਰ ਕਹਿ ਗਏ ਤੇ ਸੰਗਰੂਰ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਿਆ ਬਰਨਾਲੇ ਕੀ ਕਹਿ ਗਏ, ਬਰਨਾਲੇ ਵਾਲਿਆਂ ਨੂੰ ਪਤਾ ਲੱਗਿਆ ਸੰਗਰੂਰ ਕੀ ਕਹਿ ਗਏ। ਸੋ ਪੰਜਾਬ ਦਾ ਕਿਸਾਨ ਜਿਹੜਾ ਉਹ ਪਹਿਲਾਂ ਹੀ ਆਤਮ ਹੱਤਿਆ ਕਰੀ ਜਾਂਦਾ ਹੈ, ਆਪਣੇ ਗੁਰਦੇ ਵੇਚ ਕੇ ਆਪਣੀਆਂ ਧੀਆਂ ਦੇ ਵਿਆਹ ਕਰ ਰਿਹਾ ਕਿਸਾਨ। ਅੱਜ ਕਿਸਾਨ ਜਿਹੜਾ ਤੁਸੀਂ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਸਰ, ਹਰ ਕਿਤੇ 5 ਤਰੀਕ ਨੂੰ, ਕਿਤੇ 9 ਤਰੀਕ ਨੂੰ ਬਿਲਕੁਲ ਨਵੇਂ ਟਰੈਕਟਰ ਵਿਕਣ ਆਉਂਦੇ ਨੇ। ਸੁਖਬੀਰ ਜੀ, ਸ਼ਾਇਦ ਤੁਸੀਂ ਕਦੇ ਲੰਘਦੇ ਹੋਵੋਗੇ, ਮੋਗੇ ਦੀ ਮੰਡੀ ਸਭ ਤੋਂ ਵੱਡੀ ਮੰਨੀ ਜਾਂਦੀ ਹੈ। ਉਹ ਮੰਡੀ ਦੇ ਵਿੱਚ ਕਿਸਾਨ ਟਰੈਕਟਰ ਨਹੀਂ ਵੇਚਣ ਆਉਂਦਾ,
ਕਿਸਾਨ ਖੁਦ ਵਿਕਣ ਆਉਂਦਾ ਜੀ, ਕਿਉਂਕਿ ਨਵਾਂ ਟਰੈਕਟਰ ਕਿਉਂ ਵੇਚਣਾ ਲੋੜ ਪੈ ਰਿਹਾ? ਕਿਉਂਕਿ ਕਰਜ਼ਾ ਚੜ ਗਿਆ, ਆੜਤੀਆ ਕਰਜ਼ਾ ਨਹੀਂ ਦਿੰਦਾ, ਧੀ ਦਾ ਵਿਆਹ ਆ ਗਿਆ, ਇੱਕੋ ਹੀ ਤਰੀਕਾ ਜ਼ਮੀਨ ਦੇ ਨੰਬਰ ਦੇ ਕੇ ਨਵਾਂ ਟਰੈਕਟਰ ਲੈ ਲਓ 8-10 ਲੱਖ ਦਾ, ਤੇ 2 ਦਿਨਾਂ ਬਾਅਦ 4 ਦਿਨਾਂ ਬਾਅਦ ਮੰਡੀ ਦੇ ਵਿੱਚ ਉਹਨੂੰ ਲੱਖ 1.5 ਲੱਖ ਰੁਪਇਆ ਘੱਟ ਮੁੱਲ ਤੇ ਨਗਦ ਵੇਚ ਦਿਓ ਕਿ ਦੇਖੀ ਜਾਊਗੀ ਕਿਸ਼ਤਾਂ ਭਰਾਂਗੇ। ਇੱਕ ਪਾਸੇ ਤਾਂ ਆਹ ਹਾਲਾਤ ਨੇ, ਤੇ ਦੂਜੇ ਪਾਸੇ ਤੁਸੀਂ ਅੰਬਾਨੀਆਂ ਅਡਾਨੀਆਂ ਨੂੰ ਜਿਹੜੀ ਖੇਤੀ ਹੈ ਉਹਨਾਂ ਦੇ ਹੱਥ ਦੇਣ ਨੂੰ ਤੁਸੀਂ ਕਹਿੰਦੇ ਹੋ ਕਿਸਾਨੀ ਦਾ ਫਾਇਦਾ ਹੈ। ਸੋ ਕਿਰਪਾ ਕਰਕੇ ਆਪਣਾ ਸਟੈਂਡ ਸਪਸ਼ਟ ਕਰਿਓ। ਇਸ ਤੋਂ ਬਾਅਦ ਬੀਜੇਪੀ ਬੋਲੂਗੀ, ਮੈਂ ਉਹਨਾਂ ਤੋਂ ਜ਼ਿਆਦਾ ਉਮੀਦ ਕਰਦਾ, ਕਿਉਂਕਿ ਉਹ ਵੱਡੇ ਭਾਗੀਦਾਰ ਨੇ, ਉਹ ਕਿਉਂਕਿ ਬੀਜੇਪੀ ਜਿਹੜੀ ਹੈ ਉਹ ਤਾਂ ਦੇਸ਼ ਦੇ ਵਿੱਚ ਰੂਲ ਕਰ ਰਹੀ ਹੈ ਔਰ ਭਾਰੀ ਮੈਂਡੇਟ ਨਾਲ ਰੂਲ ਕਰ ਰਹੀ ਹੈ। ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੀ ਐਮਐਸਪੀ ਹੈ ਉਹ ਖਤਮ ਨਹੀਂ ਕਰ ਰਹੇ, ਉਹਨੂੰ ਖਤਮ ਕਰਨ ਦੇ ਰਾਹ ਤੇ ਚੱਲ ਪਏ। ਜਦੋਂ ਕੋਈ ਖਰੀਦਦਾਰ ਹੀ ਨਾ ਰਿਹਾ ਜੀ, ਫਿਰ ਮੋਨੋਪੋਲੀ ਹੋ ਗਈ। ਜਦੋਂ ਫਿਰ ਤਾਂ ਜਿੰਨੇ ਦੀ ਮਰਜ਼ੀ ਖਰੀਦੇ ਜੀ, ਉਹਦੇ ਕੋਲੇ ਕਿਸਾਨ ਕੋਲੇ ਕੋਈ ਆਪਸ਼ਨ ਹੈ ਨਹੀਂ। ਹੋਰ ਕੋਈ ਕਿਹੜਾ ਕਿਸਾਨ ਹੈ ਭੁੱਚੋ ਮੰਡੀ ਦਾ, ਕਿਹੜਾ ਕਿਸਾਨ ਹੈ ਰਾਮਪੁਰਾ ਫੂਲ ਦਾ, ਕਿਹੜਾ ਕਿਸਾਨ ਹੈ ਸੁਨਾਮ ਦਾ ਜਾਂ ਧੂਰੀ ਦਾ, ਜਿਹੜਾ ਆਪਣੀ ਫਸਲ ਗੁਜਰਾਤ ਜਾਂ ਮੱਧ ਪ੍ਰਦੇਸ਼ ਲਿਜਾ ਕੇ ਵੇਚਦੇ? ਸੋ ਇਹ ਅੱਛਾ, ਜਿਹੜਾ ਕਹਿੰਦੇ ਹੋ ਤੁਸੀਂ ਕਿ ਪੂਰੇ ਮੁਲਕ 'ਚ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ, ਨਵਾਂ ਰੂਲ ਹੈ ਵਨ ਨੇਸ਼ਨ ਵਨ ਮੰਡੀ। ਸਰ 1977 ਦੇ ਵਿੱਚ ਚੌਧਰੀ ਚਰਨ ਸਿੰਘ ਦੀ ਸਰਕਾਰ ਜਦੋਂ 1977 ਦੇ ਵਿੱਚ ਐਮਰਜੈਂਸੀ ਤੋਂ ਬਾਅਦ ਸਰਕਾਰ ਬਣੀ ਸੀ, ਉਹਨਾਂ ਨੇ ਪਹਿਲੇ ਹੀ ਇਹ ਰੂਲ ਲਾਗੂ ਕੀਤਾ ਸੀ ਕਿ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ ਹੈ। ਪਰ ਕਿਹੜਾ ਕਿਸਾਨ ਹੈ ਜਿਹੜਾ ਮਤਲਬ ਆਪਣੇ ਰੇਂਜ ਤੋਂ ਬਾਹਰ ਵੇਚ ਸਕਦਾ ਹੈ? ਇਹ ਮੰਡੀਆਂ ਹੀ ਸੀ ਜਿਨ੍ਹਾਂ ਕਰਕੇ ਉਹਨੂੰ ਥੋੜੀ ਸੇਫਟੀ ਸੀ ਕਿ ਹਾਂ ਮੈਂ ਮੰਡੀ 'ਚ ਲੈ ਕੇ ਜਾਊਂਗਾ, ਮੇਰਾ ਮੰਡੀਕਰਨ ਬੋਰਡ ਮੇਰੀ ਸੇਫਟੀ ਹੈ, ਮੇਰੀ ਢਾਲ ਬਣੂ। ਉਹ ਢਾਲ ਤੁਸੀਂ ਖਤਮ ਕਰਨ ਲੱਗੇ ਹੋ। ਤੇ ਮੈਂ ਪੁਰਜ਼ੋਰ ਤਰੀਕੇ ਨਾਲ ਇਸ ਜਿਹੜੀ ਤਾਨਾਸ਼ਾਹੀ ਐਕਟ ਨੇ, ਜਿਹੜੇ ਇਸ ਤਰ੍ਹਾਂ ਦੇ ਆਰਡੀਨੈਂਸ ਜਿਹੜੇ ਨੇ, ਉਹ ਕਿਉਂ ਲਿਆਂਦੇ ਜਾ ਰਹੇ ਨੇ, ਜਦ ਕਿ ਅਗਲੇ ਮਹੀਨੇ ਕਹਿੰਦੇ ਆ, ਕੈਪਟਨ ਸਾਹਿਬ ਵੀ ਕਹਿੰਦੇ ਸੀ ਕਿ ਸ਼ਾਇਦ ਪਾਰਲੀਮੈਂਟ ਚਲਾ ਲੈਣ। ਪਾਰਲੀਮੈਂਟ 'ਚ ਆਉਂਦਾ ਬਿੱਲ ਸਰ, ਵਿਰੋਧ ਅਸੀਂ ਵੀ ਕਰਦੇ, ਆਪਦਾ ਪੱਖ ਅਸੀਂ ਵੀ ਰੱਖਦੇ, ਹੋ ਸਕਦਾ ਇਹਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਜਾਂਦਾ, ਹੋ ਸਕਦਾ ਰਾਜ ਸਭਾ 'ਚ ਇਹ ਪਾਸ ਨਾ ਹੁੰਦਾ। ਸੋ ਇਸ ਤਰ੍ਹਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਬਿੱਲ ਨੇ। ਪਹਿਲਾਂ ਲੈਂਡ ਐਕੁਇਜ਼ੀਸ਼ਨ ਦਾ ਜਿਹੜਾ ਬਿੱਲ ਸੀਗਾ ਉਹ ਵੀ ਤਾਂ ਇਦਾਂ ਹੀ ਹੋਇਆ ਸੀ, ਜੇ ਉਹਦਾ ਵੀ ਆਰਡੀਨੈਂਸ ਆ ਜਾਂਦਾ ਸਰ, ਉਹ ਵੀ ਪਾਸ ਹੋ ਜਾਂਦਾ। ਸੋ ਇਸ ਕਰਕੇ ਦੇਸ਼ ਜਿਹੜਾ ਉਹ ਤਾਨਾਸ਼ਾਹੀ ਤਰੀਕੇ ਨਾਲ ਚੱਲ ਰਿਹਾ ਹੈ, ਠੀਕ ਹੈ ਨਾ। ਸੋ ਕੋਵਿਡ ਬਾਰੇ ਅਸੀਂ ਜਦੋਂ ਆਲ ਪਾਰਟੀ ਮੀਟਿੰਗ ਕੀਤੀ ਸੀ ਸਰ, ਤਾਂ ਅਸੀਂ ਉਦੋਂ ਵੀ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਹਾਂ। ਮੈਂ ਖੁਦ ਆਪਣੇ ਐਮਪੀ ਲੈਡ ਚੋਂ 21 ਲੱਖ ਰੁਪਏ ਜਿਹੜੇ ਮਾਸਕ, 3000 ਆਕਸੀਜਨ ਸਿਲੰਡਰ ਤੇ ਬਾਕੀ ਜਿਹੜੇ ਹੋਰ ਜਿਹੜੇ ਇਕਵਿਪਮੈਂਟਸ ਨੇ ਕੋਵਿਡ ਨਾਲ ਰਿਲੇਟਡ, ਉਹਦੇ ਵਾਸਤੇ ਮੇਰੇ ਕੋਲੇ ਪੁਰਾਣੇ ਐਮਪੀ ਲੈਡ ਦੇ ਪੈਸੇ ਪਏ ਸੀ, ਅਗਲੇ ਤਾਂ ਬੰਦ ਕਰ ਰੱਖੇ ਨੇ। ਸੋ ਮੈਂ ਸੰਗਰੂਰ ਵਾਸਤੇ ਦਿੱਤੇ ਨੇ। ਸੋ ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਸੋ ਸਪੈਸ਼ਲ ਸੈਸ਼ਨ ਬੁਲਾਓ ਸਰ, ਤੇ ਇਹਨੂੰ ਪੂਰੀ ਤਰ੍ਹਾਂ ਨਾਲ ਇਹਨਾਂ ਐਕਟ ਨੂੰ ਪੰਜਾਬ ਦੇ ਵਿੱਚ ਨਾ ਵੜਨ ਦਿਓ, ਕਿਉਂਕਿ ਜੇ ਪੰਜਾਬ ਦੇ ਵਿੱਚ ਇਹ ਆ ਗਿਆ ਤਾਂ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਆਪਾਂ ਨੂੰ ਇਹ ਸਵਾਲ ਪੁੱਛਣਗੀਆਂ ਕਿ ਆਲ ਪਾਰਟੀ ਮੀਟਿੰਗ ਉਦੋਂ ਸਿਰਫ ਤੁਸੀਂ ਇੱਕ ਦੂਜੇ ਨਾਲ ਗੱਲਾਂ ਕਰਨ ਲਈ ਜਾਂ ਚਰਚਾ ਕਰਨ ਲਈ ਕੀਤੀ ਸੀ, ਜਾਂ ਕੋਈ ਫੈਸਲਾ ਵੀ ਲਿਆ? ਮੇਰੇ ਖਿਆਲ 'ਚ ਜੇ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਨੂੰ ਵੀ ਜਾਣਾ ਪਵੇ, ਤੁਸੀਂ ਜੇ ਜਾਓ, ਅਸੀਂ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ, ਜਾਂ ਪਾਰਲੀਮੈਂਟ ਦੇ ਮੂਹਰੇ ਜਾ ਕੇ, ਜਾਂ ਖੇਤੀ ਮੰਤਰੀ ਦੇ ਅੱਗੇ ਜਾ ਕੇ, ਜਾਂ ਪ੍ਰਧਾਨ ਮੰਤਰੀ ਦੇ ਘਰ ਦੇ ਮੂਹਰੇ ਜਾ ਕੇ ਜੇ ਕੋਈ ਮੈਮੋਰੈਂਡਮ ਦੇਣਾ ਹੈ, ਤਾਂ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਸਾਈਨ ਕਰਨ ਵਾਲੇ 'ਚ ਹੋਊਗੀ। ਕਿਰਪਾ ਕਰਕੇ ਨਾਲ ਆਊਟ ਆਫ ਦ ਕੰਟੈਸਟ ਇੱਕ ਹੈਗਾ ਜੀ, ਇੱਕ ਸਰ ਬਿਜਲੀ ਦੇ ਬਿੱਲ ਲੋਕਾਂ ਦੇ ਇੰਨੇ ਜ਼ਿਆਦਾ ਆ ਗਏ ਕਿ ਉਹ ਕਹਿੰਦੇ ਵੀ ਇਨਕਮ ਹੈ ਨਹੀਂ ਤੇ ਬਿੱਲ ਆ ਗਏ। ਤੇ ਬਾਕੀ ਪੈਟਰੋਲ ਡੀਜ਼ਲ ਬਾਰੇ ਤਾਂ ਸਾਰੀਆਂ ਪਾਰਟੀਆਂ ਸਹਿਮਤੀ ਨੇ ਕਿ ਮਤਲਬ ਸ਼ਾਇਦ ਅੱਜ ਕਿਸੇ ਹੋਰ ਰੇਟ ਤੇ, ਕੱਲ ਨੂੰ ਕਿਸੇ ਹੋਰ ਰੇਟ ਤੇ, ਉਹਦੇ ਵਾਸਤੇ ਵੀ ਆਪਾਂ ਨੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਪ੍ਰਸਤਾਵ ਪਾਸ ਕਰਨਾ ਚਾਹੀਦਾ ਕਿ ਆਪਾਂ ਇਹਦਾ ਵਿਰੋਧ ਕਰੀਏ। ਤੇ ਬਾਕੀ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਲਫ਼ਜ਼ ਕੋਈ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਹਾਂ। ਔਰ ਇਸ ਤਾਨਾਸ਼ਾਹੀ ਐਕਟ ਜਿਹੜੇ ਆ ਰਹੇ ਨੇ ਮੁਲਕ 'ਚ, ਉਹਨਾਂ ਦਾ ਵਿਰੋਧ ਕਰਦੇ ਹਾਂ। ਕਿ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਇਹ ਮੰਗ ਕਰਦੇ ਹਾਂ ਪਾਰਲੀਮੈਂਟ ਬੁਲਾਈ ਜਾਵੇ, ਉੱਥੇ ਪਾਸ ਕਰਾ ਲਓ, ਉੱਥੇ ਡਿਸਕਸ਼ਨ ਤਾਂ ਹੋਵੇ ਨਾ। ਇੱਥੇ ਤਾਂ ਹੁਣ ਸਿੱਧਾ ਮਤਲਬ ਸਾਡੇ ਤੇ ਥੱਪਦੇ ਨੇ, ਸਾਨੂੰ ਪੁੱਛਦੇ ਨਹੀਂ, ਸਾਨੂੰ ਦੱਸਦੇ ਨੇ
ਕਿ ਆਹ ਐਕਟ ਆ ਗਿਆ ਜੀ, ਆਹ ਐਕਟ ਆ ਗਿਆ ਜੀ, ਲਾਗੂ ਕਰ ਦਿਓ ਜੀ, ਹੁਣ ਇਹਦੇ ਨਾਲ ਐਂ ਹੋ ਜਾਊਗਾ ਜੀ, ਇਹਦੇ ਨਾਲ ਐਂ ਹੋ ਜਾਊਗਾ। ਸੋ ਇਹ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲਾ ਐਕਟ ਹੈ ਜੀ। ਤੇ ਜੇ ਕਿਤੇ ਇਦਾਂ ਹੋ ਗਿਆ ਤਾਂ ਛੋਟਾ ਕਿਸਾਨ, ਛੋਟਾ ਵਪਾਰੀ, ਸ਼ੈਲਰ ਮਾਲਕ, ਟਰਾਂਸਪੋਰਟਰ, ਮਜ਼ਦੂਰ, ਪੱਲੇਦਾਰ, ਇਹ ਸਾਰੇ ਜਿਹੜੇ ਨੇ ਉਹਨਾਂ ਦੇ ਚੁੱਲ੍ਹੇ ਜਿਹੜੇ ਨੇ ਉਹਨਾਂ 'ਚੋਂ ਅੱਗ ਬੁੱਝੂਗੀ। ਸੋ ਕੈਪਟਨ ਸਾਹਿਬ, ਤੁਹਾਨੂੰ ਲੋਕ ਸਦੀਆਂ ਤੱਕ ਇਸ ਗੱਲ ਲਈ ਯਾਦ ਰੱਖਣਗੇ ਕਿ ਤੁਸੀਂ ਇੱਕ ਐਡਾ, ਤੁਸੀਂ ਡਿਸੀਜਨ ਮੇਕਰ ਹੋ, ਤੁਸੀਂ ਇੱਕ ਫੌਜ ਦੇ ਕੈਪਟਨ ਰਹੇ ਹੋ, ਤੁਸੀਂ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਨੇ। ਔਰ ਫੌਜ ਦੇ ਵਿੱਚ ਲੜਾਈ ਦੇ ਵਿੱਚ ਕਈ ਵਾਰੀ ਬਿਲਕੁਲ ਮੌਕੇ ਤੇ ਡਿਸੀਜਨ ਲੈਣੇ ਪੈਂਦੇ ਨੇ, ਪਰ ਇਹਦੇ ਵਾਸਤੇ ਆਪਣੇ ਕੋਲੇ ਕਾਫੀ ਮੌਕਾ ਹੈਗਾ ਤੇ ਡਿਸੀਜਨ ਲਓ ਤੇ ਪੰਜਾਬ ਦੇ ਹੱਕ ਦੇ ਵਿੱਚ ਖੜੋ। ਅਸੀਂ ਤੁਹਾਡੇ ਨਾਲ ਖੜਾਂਗੇ। ਬਹੁਤ ਬਹੁਤ ਮਿਹਰਬਾਨੀ। धन्यवाद मान साहब, थैंक यू।